गुड मॉर्निंग स्टूडेंट्स। स्टार्ट करते हैं अपनी अज की वीडियो। अज असी प्लस 2 क्लास का फर्स्ट चैप्टर रिलेशन एंड फंक्शंस पढ़ांगे। ਇਹਦੇ ਅੰਡਰ ਅਸੀਂ ਐਕਸਰਸਾਈਜ਼ 1.1 ਦੀ ਇੰਟਰੋਡਕਸ਼ਨ ਪਾर्ट ਐਂਡ ਐਕਸਰਸਾਈਜ਼ 1.1 ਦਾ ਫਰਸਟ ਕੁਐਸਚਨ ਸੋਲਵ ਕਰਾਂਗੇ। ਚਲੋ ਸਟਾਰਟ ਕਰਦੇ ਹਾਂ। ਸਟਾਰਟ ਕਰਨ ਤੋਂ ਪਹਿਲਾਂ ਅਸੀਂ ਕੁਝ ਬੇਸਿਕ ਕਨਸੈਪਟ ਨੇ ਜਿਹੜੇ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਮੀਨ ਜੋ ਤੁਸੀਂ ਪਲੱਸ 1 ਦੇ ਕਲਾਸ ਦੇ ਵਿੱਚ ਪੜਿਆ ਥੋੜਾ ਆਪਾਂ ਉਹ ਰਿਵਾਈਜ਼ ਕਰਾਂਗੇ ਤੇ ਨਾਲ ਦੀ ਨਾਲ ਫਿਰ ਆਪਾਂ ਆਪਣਾ ਅੱਗੇ ਸਟਾਰਟ ਕਰਾਂਗੇ। देखो कार्टेशियन प्रोडक्ट ਤੁਸੀਂ ਪੜਿਆ ਨਾ ਪਲੱਸ 1 ਕਲਾਸ ਵਿੱਚ कार्टेशियन प्रोडक्ट ਕੀ ਹੁੰਦੀ ਹੈ। ਆਪਣੇ ਕੋਲੇ ਦੋ ਸੈੱਟ ਦਿੱਤੇ ਹੋਏ ਆ A ਐਂਡ B। A ਦੇ ਐਲੀਮੈਂਟ ਹੈਗੇ ਆ 1 2 3 ਐਂਡ 4 ਤੇ B ਦੇ ਐਲੀਮੈਂਟ ਹੈਗੇ ਆ 5 6 ਐਂਡ 7 ਐਂਡ 8। ਅਸੀਂ ਇਹਨਾਂ ਦੋਨੋਂ ਜਿਹੜੇ ਆਪਣੇ ਸੈੱਟ ਦਿੱਤੇ ਹੋਏ ਆ ਉਹਨਾਂ ਦੀ ਮਲਟੀਪਲਾਈ ਕਰਨੀ ਹੈ। ਮੀਨਸ कार्टेशियन प्रोडक्ट ਕੀ ਹੁੰਦੀ ਹੈ ਦੇਖੋ A ਮਲਟੀਪਲਾਈ B। ਅਸੀਂ A ਸੈੱਟ ਨੂੰ B ਸੈੱਟ ਨਾਲ ਮਲਟੀਪਲਾਈ ਕਰਨੀ ਆ ਤਾਂ ਕੀ ਆਊਗਾ। ਇਹਦੇ ਵਿੱਚ ਕੀ ਹੁੰਦਾ ਕਿ ਅਸੀਂ ਫਸਟ ਐਲੀਮੈਂਟ ਨੂੰ ਫਸਟ ਨਾਲ ਸੈਟ फिर फर्स्ट नु सेकंड नाल फिर फर्स्ट नु थर्ड नाल फिर फर्स्ट नु फोर्थ नाल। मींस किवें लिखना है ਇਹਨੂੰ ਆਪਾਂ ਨੇ ਪਹਿਲਾ 1 ਤੇ 5 ਦਾ ਪੇਅਰ ਫਿਰ ਜਿਹੜੇ ਇਹ ਵਾਲੇ ਪੇਅਰ ਹੁੰਦੇ ਆ ਅਸੀਂ ਇਹਨਾਂ ਨੂੰ ਆਰਡਰ ਪੇਅਰ ਬੋਲਦੇ ਆ। ਠੀਕ ਹੈ ਜੀ। ਫਿਰ 1 ਨੂੰ 6 ਨਾਲ 1 ਨੂੰ 7 ਨਾਲ 1 ਨੂੰ 8 ਨਾਲ। ਇਸ ਤੋਂ ਬਾਅਦ 2 ਤੇ 1 ਫਿਰ ਹੈਗਾ 2 ਤੇ ਸੌਰੀ 2 ਨਾਲ 5 ਆਉਣਾ 2 6 2 7 2 8। ਇਸ ਤੋਂ ਬਾਅਦ 3 ਨਾਲ 5 3 5 3 6 3 7 3 8। ਇਸ ਤੋਂ ਬਾਅਦ ਹੈਗਾ 4 1 4 5 4 6 4 7 4 8। ਇਹ ਸਾਡੇ ਕੀ ਹੋ ਗਏ ਸਾਰੇ ਆਰਡਰ ਪੇਅਰ ਹੋ ਗਏ। ਜਿਹੜੇ ਇਹ ਵਾਲੇ ਨੇ ਕਿ ਸਾਰੇ ਇਹਦੇ ਐਲੀਮੈਂਟ ਆਪਣੇ A ਤੇ B ਦੀ ਮਲਟੀਪਲਾਈ ਕਰਕੇ ਆਏ ਨੇ ਇਹਨਾਂ ਨੂੰ ਅਸੀਂ ਕੀ ਕਹਾਂਗੇ ਆਰਡਰ ਪੇਅਰ। ਠੀਕ ਹੈ ਜੀ। ਇਹ ਸਾਡੇ ਹੁੰਦੇ ਨੇ ਆਰਡਰ ਪੇਅਰ। ਇਸ ਤੋਂ ਬਾਅਦ ਹੈਗਾ ਰਿਲੇਸ਼ਨ ਫਰੋਮ ਸੈਟ A to B। A to B ਇਹਨੂੰ ਅਸੀਂ ਹੋਰ ਕਿਵੇਂ ਡਿਨੋਟ ਕਰ ਸਕਦੇ ਹਾਂ। ਮੀਨਸ A ਦਾ ਰਿਲੇਸ਼ਨ B ਨਾਲ। ਠੀਕ ਹੈ ਜੀ। A ਰਿਲੇਸ਼ਨ B। देखो ਹੁਣ ਕੀ ਹੈ ਆਪਣੇ ਕੋਲ ਇੱਕ ਸੈਟ ਆ R ਰਿਲੇਸ਼ਨ ਫੰਕਸ਼ਨ ਹੈ ਕੋਈ ਆਪਾਂ ਨੂੰ ਰਿਲੇਸ਼ਨ ਦਿੱਤਾ ਹੋਇਆ ਹੈ A ਤੇ B such that A and B are both ਕੀ ਨੇ ਇਵਨ ਨੰਬਰ ਨੇ। therefore ਕੀ ਹੈ ਜੋ ਆਪਣੇ ਕੋਲੇ A belongs to A and B belongs to B। ਮੀਨਸ ਜਿਹੜਾ A ਐਲੀਮੈਂਟ ਆ ਉਹ ਕਿਹਨੂੰ ਬਿਲੋਂਗ ਕਰਦਾ ਹੈ A ਸੈਟ ਨੂੰ ਤੇ B ਜਿਹੜਾ ਕਰਦਾਗਾ ਉਹ B ਸੈਟ ਨੂੰ ਬਿਲੋਂਗ ਕਰਦਾ। ਦੇਖੋ ਦੋਨੋਂ ਆਪਾਂ ਨੂੰ ਕੀ ਹੈਗਾ ਬੋਥ ਇਵਨ। ਹੁਣ ਇਹਦੇ ਵਿੱਚੋਂ ਦੇਖੋ ਆਪਣੇ ਇਵਨ ਮੀਨ ਸਾਡਾ ਫਸਟ ਤੇ ਸੈਕੰਡ ਦੋਨੋਂ ਐਲੀਮੈਂਟ ਕਿਉਂ ਚਾਹੀਦੇ ਆ ਇਵਨ ਹੋਣੇ ਚਾਹੀਦੇ ਆ। ਹੁਣ ਦੇਖੋ ਇਹਦੇ ਵਿੱਚ ਇਹ ਵੀ ਆਡ ਹੈ ਇਹ ਵੀ ਆਡ ਹੈ ਇਹ ਵੀ ਆਡ ਹੈ ਇਹ ਵੀ ਆਡ ਹੈ। ਕੀ ਹੈ ਆਪਣਾ ਫਸਟ ਆਪਣਾ ਜਿਹੜਾ ਰਿਲੇਸ਼ਨ ਬਣੂਗਾ ਫੰਕਸ਼ਨ ਬਣੂਗਾ ਉਹ ਕੀ ਬਣੂਗਾ 2 ਤੇ 6। ਇਸ ਤੋਂ ਬਾਅਦ 2 ਤੇ 8 ਫਿਰ 4 6 ਐਂਡ 4 8। ठीक है जी। ये साडा केड़ा हो गया A and B are both even ਤੇ A belong ਕਰਦਾ ਹੈ A ਨੂੰ ਤੇ B belong ਕਰਦਾ ਹੈ B। ਠੀਕ ਹੈ ਜੀ। ਹੁਣ ਜਿਹਦੇ ਨਾਲ ਇੱਕ ਹੋਰ ਐਗਜ਼ਾਮਪਲ ਲੈ ਲਈਏ ਮੀਨਸ ਲੈ ਲਈਏ ਵੀ ਜਿਹੜਾ ਸਾਡਾ ਰਿਲੇਸ਼ਨ ਆ ਉਹ ਹੈਗਾ A B such that A and B are ਕੀ ਹੋ ਜਾਣ both even ਦੀ ਜਗ੍ਹਾ ਤੇ ਅਸੀਂ odd ਲੈ ਲਈਏ odd। therefore A belongs to A and B belongs to ਤੇ ਫਿਰ ਹੁਣ ਇਹਦੇ ਵਿੱਚ ਕਿਹੜੇ ਕਿਹੜੇ ਆਉਣਗੇ ਰਿਲੇਸ਼ਨ ਦੇ ਵਿੱਚ ਦੇਖੋ ਰਿਲੇਸ਼ਨ ਦੇ ਸੈੱਟ ਕਿਹੜੇ ਕਿਹੜੇ ਬਣਨਗੇ ਇਹਦੇ ਆਪਣੇ 1 ਤੇ 5। ਠੀਕ ਹੈ ਜੀ। ਦੋਨੋਂ ਔਡ ਚੱਕਰ ਹੈ ਇਹ ਨਹੀਂ ਹੋਵੇ ਵੀ ਇੱਕ ਔਡ ਹੋਵੇ ਇੱਕ ਇਵਨ ਆਪਾਂ ਨੇ ਦੋਨੋਂ ਕੀ ਲੈਣੇ ਆ ਔਡ ਲੈਣੇ ਆ 1 5 1 7 ਫਿਰ ਇਸ ਤੋਂ ਬਾਅਦ ਆਊਗਾ ਆਪਣਾ 3 5 3 5 ਤੋਂ ਬਾਅਦ ਹੈਗਾ ਆਪਣਾ 3 7। ਠੀਕ ਹੈ ਜੀ। ਤਾਂ ਇਹ ਹੋ ਗਿਆ ਆਪਣਾ A ਦਾ ਰਿਲੇਸ਼ਨ B ਨਾਲ। ਠੀਕ ਹੈ। ਮੀਨਸ A ਤੇ B ਦੇ ਜਿਹੜੇ ਐਲੀਮੈਂਟ ਨੇ ਉਹ ਕੀ ਹੋਣਗੇ A ਦੇ ਐਲੀਮੈਂਟ A ਨੂੰ ਬਿਲੋਂਗ ਕਰਨਗੇ ਤੇ B ਦੇ ਜਿਹੜੇ ਐਲੀਮੈਂਟ ਹੋਣਗੇ ਸਾਰੇ ਕਿਹਨੂੰ ਬਿਲੋਂਗ ਕਰਨਗੇ B ਨੂੰ। ਹੁਣ ਆਪਾਂ ਆਪਣਾ ਅੱਗੇ ਪੜ੍ਹਦੇ ਹਾਂ। ਹਾਂਜੀ ਸਟੂਡੈਂਟ ਅੱਗੇ ਆਪਣੇ ਕੋਲ ਹੈਗਾ ਫੰਕਸ਼ਨ। ਦੇਖੋ ਫੰਕਸ਼ਨ ਕੀ ਹੁੰਦਾਗਾ ਫੰਕਸ਼ਨ f such that A approaches to B means A ਦਾ B ਨਾਲ is a relation which no two order pair have same first element। मींस की क्या होया ਇਹਦੇ ਚ ਵੀ ਜੇ ਸਾਡੇ ਕੋਲੇ ਟੂ ਆਰਡਰ ਪੇਅਰ ਨੇ ਉਹਨਾਂ ਦਾ ਜਿਹੜਾ ਫਸਟ ਐਲੀਮੈਂਟ ਹੋਊਗਾ ਉਹ ਕੀ ਹੋਊਗਾ ਡਿਫਰੈਂਟ ਹੋਊਗਾ। ਠੀਕ ਹੈ ਜੀ। each element of A ਦੇ ਹਰ ਇੱਕ ਐਲੀਮੈਂਟ has one and only image of set B। ਵੀ ਜਿਹੜਾ A ਆ ਉਹ B ਨਾਲ ਹਮੇਸ਼ਾ ਕੀ ਕਰੂਗਾ ਸਿਰਫ ਇੱਕੋ ਇੱਕ ਇਮੇਜ ਬਣਾਊਗਾ
ਆਪਾਂ ਇੱਕ ਐਗਜ਼ਾਮਪਲ ਦੇ ਥਰੂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਫੰਕਸ਼ਨ ਹੁੰਦਾ ਕੀ ਹੈ। ਦੇਖੋ ਆਪਣੇ ਕੋਲੇ ਫੰਕਸ਼ਨ ਹੈ, ਆਪਾਂ ਸਪੋਜ਼ ਕਰ ਲਿਆ ਵੀ a b ਹੈਗਾ ਆਪਣੇ ਕੋਲੇ is equal to a plus 5 and therefore a belongs to a and b belongs to b। ਜਿਹੜਾ a ਆ ਉਹ a ਨੂੰ a ਸੈਟ ਨੂੰ ਬਿਲੋਂਗ ਕਰਦਾ ਹੈ ਐਂਡ ਜਿਹੜਾ b ਆ ਉਹ b ਸੈਟ ਨੂੰ ਬਿਲੋਂਗ ਕਰਦਾ ਹੈ। ਹੁਣ ਅਸੀਂ ਕੀ ਚੈੱਕ ਕਰਨਾ, ਦੇਖੋ ਜਿਹੜਾ ਸਾਡੇ ਇੱਥੇ ਫੰਕਸ਼ਨ ਬਣੂਗਾ ਕੀ ਬਣੂਗਾ, ਜੇ ਹੁਣ ਅਸੀਂ ਇੱਥੇ a ਦੀ ਜਗ੍ਹਾ ਤੇ ਵੈਲਿਊ ਮੀਨਸ a belongs to a क्या ਹੋਇਆ ना, a एलिमेंट ले लिए 1, ठीक है जी, a 1 ਲਵਾਂਗੇ ਤਾਂ ਸਾਡਾ b ਕੀ ਆ ਜਾਊਗਾ 1 + 5 6। ਸੇਮ ਜੀ ਅਸੀਂ a ਦੀ ਵੈਲਿਊ ਜਿਹੜੀ ਹੈਗੀ 2 ਲੈਣੇ ਆ ਤਾਂ ਸਾਡਾ ਕੀ ਆ ਜਾਊਗਾ b ਦੀ ਵੈਲਿਊ 7, a ਦੀ ਵੈਲਿਊ ਅਸੀਂ 3 ਲੈਣੇ ਆ, b ਦੀ ਵੈਲਿਊ ਕੀ ਆ ਜਾਊਗੀ 8, a ਦੀ ਵੈਲਿਊ ਅਸੀਂ 4 ਲੈਣੇ ਆ, b ਦੀ ਵੈਲਿਊ ਕੀ ਆ ਜਾਊਗੀ 9। ਠੀਕ ਹੈ ਜੀ, ਇਹ ਫੰਕਸ਼ਨ ਬਣ ਗਿਆ। ਅਸੀਂ ਪਿੱਛੇ ਪੜ੍ਹ ਕੇ ਆਏ ਸੀ ਜੀ, ਇੱਕ ਰਿਲੇਸ਼ਨ ਪੜਿਆ ਸੀ ਜਿਹੜਾ ਉਹ ਚ ਕੀ ਕਿਹਾ ਸੀ a ਐਂਡ b ਕੀ ਨੇ ਦੋਨੋਂ ਬੋਥ ਈਵਨ ਨੰਬਰ, ਮੀਨਸ ਕੀ ਕਰਦਾ ਉਹਦੇ ਚ a ਜਿਹੜਾ a ਨੂੰ ਬਿਲੋਂਗ ਕਰਦਾ ਐਂਡ b b ਨੂੰ ਬਿਲੋਂਗ ਕਰਦਾ ਹੈ। ਤਾਂ ਉਹ ਜਿਹੜਾ ਆਪਣਾ ਰਿਲੇਸ਼ਨ ਬਣਿਆ ਸੀਗਾ ਉਹ ਕੀ ਰਿਲੇਸ਼ਨ ਬਣਿਆ ਸੀ, ਦੇਖੋ ਆਪਾਂ ਦੇਖਿਆ ਸੀਗਾ 2 ਨਾਲ 6 ਈਵਨ ਨੰਬਰ ਦਾ ਰਿਲੇਸ਼ਨ ਬਣਿਆ ਸੀ ਜਿਹੜਾ 2 ਤੇ 8, ਉਸ ਤੋਂ ਬਾਅਦ 4 ਤੇ 6 4 ਤੇ 8 ਇਹ ਵਾਲਾ ਰਿਲੇਸ਼ਨ ਬਣਿਆ ਸੀ ਨਾ। ਹੁਣ ਫੰਕਸ਼ਨ ਕੀ ਆ, ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਸੈੱਟ ਹੈ ਜਿਹੜਾ ਫੰਕਸ਼ਨ ਕਿਹੜਾ ਬਣੂਗਾ, ਦੇਖੋ ਹੁਣ ਆਪਾਂ ਨੂੰ ਕੀ ਹੈ is a relation which no two order pair have same first element, ਵੀ ਦੋ ਆਰਡਰ ਪੇਅਰ ਨੇ ਜਿਹੜੇ ਉਹਨਾਂ ਦਾ ਜਿਹੜਾ ਫਸਟ ਐਲੀਮੈਂਟ ਹੈ ਉਹ ਸੇਮ ਹੀ ਹੋਣਾ ਚਾਹੀਦਾ। ਹੁਣ ਦੇਖੋ ਇਹਦਾ ਫਸਟ ਐਲੀਮੈਂਟ ਫਸਟ ਆਰਡਰ ਪੇਅਰ ਦਾ ਐਲੀਮੈਂਟ 2 ਆ, ਸੈਕੰਡ ਆਰਡਰ ਪੇਅਰ ਦਾ ਐਲੀਮੈਂਟ ਕੀ ਹੈਗਾ 2 ਆ, ਦੋਨੋਂ ਸੇਮ ਹੋ ਗਏ, ਇਟ ਮੀਨਸ ਇਹ ਫੰਕਸ਼ਨ ਨਹੀਂ ਹੋ ਸਕਦਾ। ਤਾਂ ਕੀ ਹੈਗਾ ਦੇਖੋ ਇਹਦਾ 1 ਹੈ, ਇਹਦਾ 2 ਹੈ, ਇਹਦਾ 3 ਹੈ, ਇਹਦਾ 4 ਹੈ, ਇਹ ਸਾਰੇ ਡਿਫਰੈਂਟ ਨੇ, ਇਟ ਮੀਨਸ ਇਹ ਕੀ ਹੈਗਾ ਸਾਡਾ ਫੰਕਸ਼ਨ। ਠੀਕ ਹੈ ਜੀ, ਇਹ ਸਾਰਾ ਤੁਸੀਂ ਨਾਲ ਨਾਲ ਆਪਣੀ ਨੋਟਬੁੱਕ ਤੇ ਨੋਟ ਕਰੀ ਜਾਓ। ਹੁਣ ਆਪਾਂ ਅੱਗੇ ਚੱਲਦੇ ਹਾਂ। ਹਾਂਜੀ ਸਟੂਡੈਂਟ, ਅੱਗੇ ਗੱਲ ਕਰਦੇ ਹਾਂ ਆਪਾਂ ਡੋਮੇਨ ਐਂਡ ਰੇਂਜ ਦੀ। ਡੋਮੇਨ ਕੀ ਹੁੰਦੀ ਹੈ, ਦੇਖੋ the set of first element of a relation is called domain। ਕਿਸੇ ਵੀ ਰਿਲੇਸ਼ਨ ਦਾ ਜਿਹੜਾ ਫਸਟ ਐਲੀਮੈਂਟ ਹੋਊਗਾ ਉਹਨੂੰ ਅਸੀਂ ਕੀ ਕਹਾਂਗੇ ਡੋਮੇਨ ਕਹਾਂਗੇ। ਫॉर एग्जांपल ਦੇਖ ਲਓ ਸਾਡੇ ਕੋਲ ਕੋਈ ਰਿਲੇਸ਼ਨ ਆ, ਰਿਲੇਸ਼ਨ ਹੈਗਾ 2 4 2 6, ठीक है जी 4 2 सॉरी 4 6 ले लो 4 8 ले लो, ठीक है जी। आ साडे कोल कोई रिलेशन आ, ठीक है। ਹੁਣ ਜੇ ਅਸੀਂ ਇਹਦੀ ਰੇਂਜ ਲਿਖਣੀ ਸੌਰੀ ਡੋਮੇਨ ਲਿਖਣੀ ਹੋਵੇ ਇਸ ਰਿਲੇਸ਼ਨ ਦੀ ਤਾਂ ਆਪਾਂ ਨੂੰ ਕੀ ਕਿਹਾ ਦਾ ਸੈਟ ਆਫ ਫਸਟ ਐਲੀਮੈਂਟ ਆਫ ਆ ਰਿਲੇਸ਼ਨ ਇਜ਼ ਕਾਲਡ ਡੋਮੇਨ। ਵੀ ਜਿਹੜਾ ਵੀ ਸਾਡੇ ਕੋਲ ਰਿਲੇਸ਼ਨ ਹੋਊਗਾ ਸੈਟ ਹੋਊਗਾ ਉਹਦਾ ਜਿਹੜਾ ਫਸਟ ਐਲੀਮੈਂਟ ਹੋਊਗਾ ਆਰਡਰ ਪੇਅਰ ਦਾ ਉਹ ਕੀ ਹੋਊਗੀ ਸਾਡੀ ਡੋਮੇਨ। ਤਾਂ ਸਾਡੀ ਡੋਮੇਨ ਕੀ ਹੋਊਗੀ ਇਹਦੇ ਵਿੱਚ ਦੇਖੋ ਡੋਮੇਨ ਫਸਟ ਐਲੀਮੈਂਟ ਕੀ ਹੈ ਸਾਡਾ 2, ਰਿਪੀਟ ਨਹੀਂ ਕਰਨਾ ਦੋ ਵਾਰ, ਜੇ ਦੋ ਵਾਰ ਆਇਆ ਉਹਨੂੰ ਆਪਾਂ ਸਿਰਫ ਸਿੰਗਲ ਟਾਈਮ ਲਿਖਾਂਗੇ 2 ਤੇ ਦੂਸਰੇ ਦਾ ਕੀ ਆਏਗਾ 4, ਇਹ ਸਿੱਖੀ ਸਾਡੀ ਆ ਗਈ ਡੋਮੇਨ। ਉਸ ਤੋਂ ਬਾਅਦ ਰੇਂਜ, ਰੇਂਜ ਕੀ ਹੁੰਦੀ ਆ the set of second element of a relation is called range। ਹੁਣ ਜੇ ਮੈਂ ਇਸੇ ਸੈੱਟ ਦੀ ਆਪਾਂ ਰੇਂਜ ਲਿਖਣੀ ਹੋਵੇ, ਠੀਕ ਹੈ, ਮੀਨਸ ਕੀ ਕਹੇਗਾ ਸੈਕੰਡ ਐਲੀਮੈਂਟ ਆਫ ਆ ਰਿਲੇਸ਼ਨ, ਜਿਹੜਾ ਵੀ ਸਾਨੂੰ ਰਿਲੇਸ਼ਨ ਦਿੱਤਾ ਹੋਊਗਾ ਉਹਦੇ ਆਰਡਰ ਪੇਅਰ ਦਾ ਜਿਹੜਾ ਸੈਕੰਡ ਐਲੀਮੈਂਟ ਹੋਊਗਾ ਉਹ ਕੀ ਹੋਊਗੀ ਸਾਡੀ ਰੇਂਜ ਹੋਊਗੀ। ਆਪਾਂ ਪਹਿਲਾਂ +1 ਕਲਾਸ ਦੇ ਵਿੱਚ ਪੜਿਆ ਹੋਇਆ, ਆਪਾਂ ਜਸਟ ਰਿਵਾਈਜ਼ ਕਰ ਰਹੇ ਹਾਂ। ਤਾਂ ਸਾਡੀ ਰੇਂਜ ਕੀ ਆਊਗੀ ਜੀ, देखो सेकंड एलिमेंट 4, सेकंड एलिमेंट 6 एंड सेकंड एलिमेंट किया 8, एक ये साडी रेंज। ठीक है जी, ਹੁਣ ਆਪਾਂ ਅੱਗੇ ਚੱਲਦੇ ਹਾਂ। ਹਾਂਜੀ ਸਟੂਡੈਂਟਸ, ਅੱਗੇ ਆਪਾਂ ਗੱਲ ਕਰਦੇ ਹਾਂ ਟਾਈਪਸ ਆਫ ਰਿਲੇਸ਼ਨ। ਰਿਲੇਸ਼ਨ ਦੀਆਂ ਕਿਹੜੀਆਂ ਬਾਰੇ ਆਪਾਂ ਇਹਨਾਂ ਪੜਾਂਗੇ। ਉਸ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਇੱਕ ਸੈੱਟ ਲੈਣੇ ਆ। ਲੈਟ R be a relation in set A। ਜਿਹੜਾ R ਆ ਉਹ ਸੈੱਟ ਜਿਹੜੇ A ਦਾ ਇੱਕ ਰਿਲੇਸ਼ਨ ਆ, ਮੀਨਸ ਕੀ ਕਰਦਾ R ਸਬਸੈਟ ਮੀਨਸ ਲੈ ਲਈਏ ਜੀ ਅਸੀਂ A ਦਾ A ਨਾਲ ਰਿਲੇਸ਼ਨ, A ਦਾ A ਨਾਲ ਰਿਲੇਸ਼ਨ ਮੀਨਸ ਸਾਡੇ ਕੋਲੇ ਸੈਟ A ਹੈਗਾ 1 2 3 4 A ਐਲੀਮੈਂਟ ਨੇ। ਇਹਦਾ ਆਪਾਂ A ਨਾਲ ਰਿਲੇਸ਼ਨ ਫਾਈਂਡ ਆਊਟ ਕਰਾਂਗੇ, ਮੀਨਸ ਆਪਾਂ ਪਹਿਲਾਂ ਇਹਨਾਂ ਦੋਨਾਂ ਦੀ ਮਲਟੀਪਲਾਈ ਕਰਾਂਗੇ, A ਤੇ B ਦੀ ਮਲਟੀਪਲਾਈ ਕਰਕੇ ਆਪਣੇ ਵਾਲੇ ਇਹ ਸਾਰੇ ਆਰਡਰ ਪੇਅਰ ਬਣ ਗਏ। 1 ਨੂੰ 1 ਨਾਲ ਕਰਾਂਗੇ, 1 ਨੂੰ 2 ਨਾਲ ਕਰਾਂਗੇ, ਠੀਕ ਹੈ ਜੀ। ਜਦੋਂ ਤੁਸੀਂ A ਐਲੀਮੈਂਟ ਜਿਹੜੇ A ਐਲੀਮੈਂਟ ਦੇ ਸੈੱਟ ਹੋਣਗੇ ਉਹਨੂੰ ਆਪਾਂ A ਨਾਲ ਹੀ ਮਲਟੀਪਲਾਈ ਕਰਾਂਗੇ, ਠੀਕ ਹੈ ਜੀ। ਇਹ ਸਾਰੇ ਆਪਣੇ ਕੋਲ ਆਰਡਰ ਪੇਅਰ ਬਣ ਜਾਣਗੇ। ਇਸ ਤੋਂ ਬਾਅਦ ਅਸੀਂ ਸਭ ਤੋਂ ਪਹਿਲੇ ਜਿਹੜੀ ਸਾਡੀ ਟਾਈਪ ਹੈਗੀ ਹੈ ਰਿਲੇਸ਼ਨ ਆਫ ਟਾਈਪਸ ਆਫ ਰਿਲੇਸ਼ਨ ਦੀ, ਉਹ ਹੈਗੀ ਆ ਐਮਪਟੀ ਔਰ ਨਲ ਰਿਲੇਸ਼ਨ। ਹੁਣ ਐਮਪਟੀ ਔਰ ਨਲ ਰਿਲੇਸ਼ਨ ਕੀ ਹੁੰਦਾ, ਉਹਦੇ ਲਈ ਅਸੀਂ ਇੱਕ ਰਿਲੇਸ਼ਨ ਲਿਆਗਾ। ਰਿਲੇਸ਼ਨ ਹੈਗਾ B = A+ ਇੱਥੇ 5 ਵੈਲਿਊ,
a plus 5 therefore ਕੀ ਹੋਊਗਾ ਸਾਡਾ ਜਿਹੜਾ a ਹੈਗਾ ਉਹ ਵੀ ਬਿਲੋਂਗ ਕਰਦਾ ਹੈ a ਨੂੰ ਐਂਡ ਜਿਹੜਾ b ਹੈ ਉਹ ਵੀ ਕੀ ਕਰੂਗਾ b ਨੂੰ ਬਿਲੋਂਗ ਕਰੂਗਾ ਕਿਉਂਕਿ ਅਸੀਂ ਰਿਲੇਸ਼ਨ ਕੀ ਲੈ ਰਹੇ ਹਾਂ a ਦਾ ਰਿਲੇਸ਼ਨ ਕਿਹਦੇ ਨਾਲ ਲੈ ਰਹੇ ਹਾਂ a ਨਾਲ ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਦੇਖੋ ਹੁਣ ਸਾਡਾ ਜਿਹੜਾ ਇੱਥੇ ਫੰਕਸ਼ਨ ਬਣੂਗਾ ਰਿਲੇਸ਼ਨ ਬਣੂਗਾ ਉਹ ਕੀ ਬਣੂਗਾ ਜਦੋਂ ਅਸੀਂ a ਦੀ ਵੈਲਿਊ 1 ਲਈ ਇਹੀ ਵੈਲਿਊਜ਼ ਲਵਾਂਗੇ ਸਾਰੀਆਂ a ਦੀ ਵੈਲਿਊ 1 ਲਵਾਂਗੇ ਤਾਂ b ਦੀ ਵੈਲਿਊ ਕੀ ਆ ਜੂਗੀ 6 a ਦੀ ਵੈਲਿਊ ਅਸੀਂ ਲਈ 2 ਤਾਂ b ਦੀ ਕਿੰਨੀ ਆ ਗਈ ਆਪਣੇ ਕੋਲੇ 7 a ਦੀ ਵੈਲਿਊ 3 ਲਈ ਤਾਂ b ਦੀ 8 ਆ ਗਈ a ਦੀ ਵੈਲਿਊ 4 ਲਈ ਤਾਂ ਆਪਾਂ ਜਿਹੜੀ ਹੈਗੀ ਹੈ b ਦੀ ਵੈਲਿਊ 9 ਆ ਗਈ। ਦੇਖੋ ਐਵੇਂ ਦਾ ਕੋਈ ਵੀ ਰਿਲੇਸ਼ਨ ਇਹ ਵਾਲੇ ਰਿਲੇਸ਼ਨ 'ਚ ਹੈਗਾ ਨਹੀਂ ਹੈਗਾ ਨਾ ਜਿੱਥੇ ਸਾਡਾ ਕੋਈ ਵੀ ਰਿਲੇਸ਼ਨ ਨਾ ਬਣਦਾ ਹੋਵੇ ਉਹ ਸਾਡਾ ਕੀ ਹੁੰਦਾ ਐਮਪਟੀ ਤੇ ਨਲ ਰਿਲੇਸ਼ਨ ਠੀਕ ਹੈ ਜੀ। ਹੁਣ ਇਹਨਾਂ ਦੇ ਵਿੱਚੋਂ ਕੋਈ ਵੀ ਆਰਡਰ ਪੇਅਰ ਇਹ ਵਾਲੇ ਆਰਡਰ ਪੇਅਰ ਨਾਲ ਮੈਚ ਨਹੀਂ ਕਰਦਾ ਜਿੰਨੇ ਵੀ ਸਾਡੇ ਆਰਡਰ ਪੇਅਰ ਬਣੇ ਨੇ ਇਹ ਵਾਲੇ ਰਿਲੇਸ਼ਨ ਦੇ ਇਹਨਾਂ ਦਾ ਕੋਈ ਵੀ ਆਰਡਰ ਪੇਅਰ ਜਿਹੜਾ ਸਾਡਾ a ਕ੍ਰੋਸ a ਦਾ ਜਿਹੜਾ a ਕ੍ਰੋਸ a ਦੇ ਆਰਡਰ ਪੇਅਰ ਨੇ ਉਹ ਵਾਲਾ ਰਿਲੇਸ਼ਨ ਫੰਕਸ਼ਨ ਹੈ a ਦਾ r ਦਾ a ਨਾਲ ਉਹਨਾਂ ਨਾਲ ਕੋਈ ਵੀ ਮੈਚ ਨਹੀਂ ਹੋ ਰਿਹਾ ਇਟ ਮੀਨਸ ਇਹ ਕੀ ਹੈਗਾ ਨਾ ਰਿਲੇਸ਼ਨ ਮੀਨਸ ਉਹ ਰਿਲੇਸ਼ਨ ਜਿੱਥੇ ਅਸੀਂ ਕੋਈ ਵੀ ਰਿਲੇਸ਼ਨ ਨਾ ਦੱਸ ਸਕਦੇ ਹੋਈਏ ਉਹ ਕੀ ਹੁੰਦਾ ਸਾਡਾ ਐਮਪਟੀ ਔਰ ਨਲ ਰਿਲੇਸ਼ਨ ਠੀਕ ਹੈ ਜੀ। ਹੁਣ ਅਸੀਂ ਆਪਣੀ ਅਗਲੀ ਟਾਈਪ ਦੀ ਗੱਲ ਕਰਦੇ ਹਾਂ ਹਾਂਜੀ ਅੱਗੇ ਅਸੀਂ ਗੱਲ ਕਰਦੇ ਹਾਂ ਯੂਨੀਵਰਸਲ ਰਿਲੇਸ਼ਨ। ਯੂਨੀਵਰਸਲ ਰਿਲੇਸ਼ਨ ਕੀ ਹੁੰਦਾ ਈਚ ਐਲੀਮੈਂਟ ਆਫ ਸੈਟ A ਹਰੇਕ ਐਲੀਮੈਂਟ ਜਿਹੜਾ ਸੈਟ A ਦਾ ਹੋਊਗਾ ਉਹ ਕੀ ਹੋਊਗਾ ਇਸ ਰਿਲੇਟਡ ਟੂ ਐਵਰੀ ਐਲੀਮੈਂਟ ਆਫ ਸੈਟ B B ਦੇ ਹਰੇਕ ਐਲੀਮੈਂਟ ਨਾਲ ਕੀ ਹੋਊਗਾ ਉਹ ਰਿਲੇਟਡ ਹੋਊਗਾ ਵੀ ਜਿਵੇਂ ਅਸੀਂ ਇੱਕ ਰਿਲੇਸ਼ਨ ਲੈ ਲਈਏ ਕੀ ਹੋਊਗਾ A B ਠੀਕ ਹੈ ਦਾ ਮੋਡੂਲਸ ਗ੍ਰੇਟਰ ਦੈਨ ਇਜ਼ ਇਕੁਅਲ ਟੂ 0 ਤਾਂ ਇਹਦੇ ਚ ਜਿਹੜੇ ਦੋਨੋਂ ਐਲੀਮੈਂਟ ਹੋਣਗੇ A ਐਲੀਮੈਂਟ ਵੀ A ਨੂੰ ਬਿਲੋਂਗ ਕਰੂਗਾ ਐਂਡ ਜਿਹੜਾ B ਐਲੀਮੈਂਟ ਹੋਊਗਾ ਉਹ ਵੀ ਕੀ ਕਰੂਗਾ B ਨੂੰ ਬਿਲੋਂਗ ਕਰੂਗਾ ਮੀਨਸ ਕੀ ਹੋਣਾ ਚਾਹੀਦਾ ਵੀ ਹਰੇਕ ਐਲੀਮੈਂਟ ਜਿਹੜਾ A ਸੈੱਟ ਦਾਗਾ ਉਹ ਕਿਹਨੂੰ ਜਿਹੜਾ ਕਿਹਦੇ ਨਾਲ ਰਿਲੇਟਡ ਹੋਣਾ ਚਾਹੀਦਾ ਸੈੱਟ B ਨਾਲ ਮੀਨਸ ਇੱਥੇ ਆਪਾਂ ਦੋਨੋਂ ਸੈੱਟ A ਕ੍ਰਾਸ A ਲਿਆ ਤਾਂ A ਦਾ ਜਿਹੜਾ ਐਲੀਮੈਂਟ ਹੋਊਗਾ ਉਹ ਕਿਹਦੇ ਨਾਲ ਰਿਲੇਟਡ ਹੋਊਗਾ A ਦਾ ਮੀਨਸ ਆਪਾਂ ਇੱਕ ਗੱਲ ਜੀ ਖਤਮ ਕਰਦੇ ਹਾਂ ਯੂਨੀਵਰਸਲ ਰਿਲੇਸ਼ਨ ਹੁੰਦਾ ਕੀ ਆ ਯੂਨੀਵਰਸਲ ਰਿਲੇਸ਼ਨ ਕੀ ਹੁੰਦਾ R A ਨੂੰ ਸੀ B ਨਾਲ A ਨੂੰ A ਨਾਲ ਕ੍ਰਾਸ ਕਰ ਦਈਏ ਤਾਂ ਉਹ ਸਾਰਾ ਰਿਲੇਸ਼ਨ ਜਿਹੜਾ ਬਣੂਗਾ ਉਹ ਕੀ ਹੋਊਗਾ ਯੂਨੀਵਰਸਲ ਰਿਲੇਸ਼ਨ ਮੀਨਸ ਜਿੱਥੇ ਸਾਰੇ ਸਾਡੇ ਐਲੀਮੈਂਟ ਆ ਜਾਂਦੇ ਨੇ ਆਰਡਰ ਪੇਅਰ ਆ ਜਾਂਦੇ ਨੇ ਉਹ ਕੀ ਹੋ ਜਾਂਦਾ ਸਾਡਾ ਯੂਨੀਵਰਸਲ ਸੈਟ ਠੀਕ ਹੈ ਜੀ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਆਇਡੈਂਟੀਟੀ ਰਿਲੇਸ਼ਨ ਦੀ। ਆਇਡੈਂਟੀਟੀ ਰਿਲੇਸ਼ਨ ਕੀ ਹੁੰਦਾਗਾ R A ਮੀਨਸ ਸੇਮ ਐਲੀਮੈਂਟ ਸੇਮ ਨੂੰ ਬਿਲੋਂਗ ਕਰੇ ਉਹ ਕੀ ਹੁੰਦਾਗਾ ਸਾਡਾ ਆਇਡੈਂਟੀਟੀ ਰਿਲੇਸ਼ਨ। ਅਸੀਂ ਕੀ ਕਹਿ ਸਕਦੇ ਹਾਂਗੇ ਵੀ ਜਿਹੜੀ ਕੀ ਹੁੰਦੀ ਆ ਐਲੀਮੈਂਟ ਇਹਨੂੰ ਅਸੀਂ ਹੋਰ ਕੀ ਕਹਿ ਸਕਦੇ ਹਾਂ ਐਲੀਮੈਂਟ ਇਮੇਜ ਹਰੇਕ ਐਲੀਮੈਂਟ ਜਿਹੜਾ ਹੋਊਗਾ ਈਚ ਐਲੀਮੈਂਟ ਇਮੇਜ ਇਟਸੈਲਫ ਵੀ ਹਰੇਕ ਐਲੀਮੈਂਟ ਕੀ ਹੋਊਗਾ ਆਪਣੇ ਆਪ ਦੀ ਇਮੇਜ ਹੋਊਗਾ ਕਿਵੇਂ ਫॉर ਐਗਜ਼ਾਮਪਲ ਅਸੀਂ ਦੇਖ ਸਕਦੇ ਹਾਂ ਜਿਵੇਂ 1 ਤੇ 1 ਦੀ ਇਮੇਜ 1 2 2 2 ਦੀ ਇਮੇਜ 2 ਇਸ ਤਰ੍ਹਾਂ ਜਿਹੜਾ ਇਹ ਆਪਣਾ ਰਿਲੇਸ਼ਨ ਬਣੂਗਾ ਉਹ ਕੀ ਹੋਊਗਾ ਸਾਡਾ ਆਇਡੈਂਟੀਟੀ ਰਿਲੇਸ਼ਨ। ਹੁਣ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾਗਾ ਪਿੱਛੇ ਪਹਿਲਾਂ ਪੜਨਾ ਰਹਿ ਗਿਆ ਦੇਖੋ ਜਿਹੜੇ ਸਾਡੇ ਇਹ ਰਿਲੇਸ਼ਨ ਹੁੰਦੇ ਨੇ ਕਿਵੇਂ ਬਣਦੇ ਨੇ ਜਿਵੇਂ ਸਪੋਜ਼ ਕਰ ਲਓ A ਦੀ ਜਗ੍ਹਾ ਤੇ ਇੱਥੇ B ਹੁੰਦਾ ਸਾਡੇ ਕੋਲ A ਦੇ ਵਿੱਚ ਕਿੰਨੇ ਐਲੀਮੈਂਟ ਸੀਗੇ ਸਪੋਜ਼ ਕਰ ਲਓ ਜਿਹੜੇ A ਦੇ ਐਲੀਮੈਂਟ ਨੇ ਰਿਲੇਸ਼ਨ ਦੇ ਉਹ ਹੈਗੇ ਨੇ 4 ਠੀਕ ਹੈ ਜੀ B ਜਿਹੜਾ ਹੈਗਾਗਾ ਉਹਦੇ ਵੀ ਹੈਗੇ ਨੇਗੇ ਨਿਊਜ਼ਨ ਕਿਊਲੈਟ ਕਰ ਲਓ ਉਹਦੇ ਵੀ ਐਲੀਮੈਂਟ ਹੈਗੇ ਨੇ 4 ਤਾਂ ਸਾਡੇ ਨੰਬਰ ਆਫ ਰਿਲੇਸ਼ਨ ਕੀ ਬਣਨਗੇ ਟੋਟਲ ਐਲੀਮੈਂਟ 2 ਨੰਬਰ ਆਫ ਰਿਲੇਸ਼ਨ P ਤੇ Q ਦੀ ਮਲਟੀਪਲਾਈ ਠੀਕ ਹੈ ਜੀ P ਤੇ Q ਦੀ ਮਲਟੀਪਲਾਈ ਕਰਾਂਗੇ 2 ਮੀਨਸ ਕਿੰਨਾ ਆ ਗਿਆ 16 2 ਨੂੰ 16 ਟਾਈਮ ਜੇ ਅਸੀਂ ਮਲਟੀਪਲਾਈ ਕਰੀਏ ਤਾਂ ਇਹਨਾਂ ਦੇ ਜਿਹੜੇ ਨੰਬਰ ਆਫ ਰਿਲੇਸ਼ਨ ਹੋਣਗੇ ਅਸੀਂ ਇੰਨੇ ਆਪਣੇ ਕੋਲੋਂ ਜਿਹੜੇ ਨੰਬਰ ਆਫ ਰਿਲੇਸ਼ਨ ਬਣਾ ਸਕਦੇ ਹਾਂ ਇਹਦੇ ਆਰਡਰ ਪੇਅਰ ਦੇ ਠੀਕ ਹੈ ਜੀ ਇਸ ਗੱਲ ਦਾ ਧਿਆਨ ਰੱਖਣਾ। ਹੁਣ ਆਪਾਂ ਅੱਗੇ ਚੱਲਦੇ ਹਾਂ ਗੁੱਡ ਮਾਰਨਿੰਗ ਸਟੂਡੈਂਟਸ ਸਟਾਰਟ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ। ਅੱਜ ਅਸੀਂ +2 ਕਲਾਸ ਦਾ ਫਸਟ ਚੈਪਟਰ ਰਿਲੇਸ਼ਨ ਐਂਡ ਫੰਕਸ਼ਨਸ ਪੜਾਂਗੇ ਇਹਦੇ ਅੰਡਰ ਅਸੀਂ ਐਕਸਰਸਾਈਜ਼ 1.1 ਦੀ ਇੰਟਰੋਡਕਸ਼ਨ ਪਾਰਟ ਐਂਡ ਐਕਸਰਸਾਈਜ਼ 1.1 ਦਾ ਫਸਟ ਕੁਐਸਚਨ ਸੋਲਵ ਕਰਾਂਗੇ। ਚਲੋ ਸਟਾਰਟ ਕਰਦੇ ਹਾਂ। ਸਟਾਰਟ ਕਰਨ ਤੋਂ ਪਹਿਲਾਂ ਅਸੀਂ ਕੁਝ ਬੇਸਿਕ ਕਨਸੈਪਟ ਨੇ ਜਿਹੜੇ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜੋ ਤੁਸੀਂ +1 ਦੇ ਕਲਾਸ ਦੇ ਵਿੱਚ ਪੜਿਆ ਥੋੜਾ ਆਪਾਂ ਉਹ ਰਿਵਾਈਜ਼ ਕਰਾਂਗੇ ਤੇ ਨਾਲ ਦੀ ਨਾਲ ਫਿਰ ਆਪਾਂ ਆਪਣਾ ਅੱਗੇ ਸਟਾਰਟ ਕਰਾਂਗੇ। ਦੇਖੋ ਕਾਰਟੀਜ਼ਨ ਪ੍ਰੋਡਕਟ ਤੁਸੀਂ ਪੜਿਆ ਨਾ +1 ਕਲਾਸ ਦੇ ਵਿੱਚ ਕਾਰਟੀਜ਼ਨ ਪ੍ਰੋਡਕਟ ਕੀ ਹੁੰਦੀ ਹੈ ਆਪਣੇ ਕੋਲੇ ਦੋ ਸੈੱਟ ਦਿੱਤੇ ਹੋਏ ਆ A ਐਂਡ B A ਦੇ ਐਲੀਮੈਂਟ ਹੈਗੇ ਆ 1 2 3 ਐਂਡ 4 ਤੇ B ਦੇ ਐਲੀਮੈਂਟ ਹੈਗੇ ਆ 5 6 ਐਂਡ 7 ਐਂਡ 8 ਅਸੀਂ ਇਹਨਾਂ ਦੋਨੋਂ ਜਿਹੜੇ ਆਪਣੇ ਸੈੱਟ ਦਿੱਤੇ ਹੋਏ ਆ ਉਹਨਾਂ ਦੀ ਮਲਟੀਪਲਾਈ ਕਰਨੀ ਹੈ ਮੀਨਸ ਕਾਰਟੀਜ਼ਨ ਪ੍ਰੋਡਕਟ ਕੀ ਹੁੰਦੀ ਹੈ ਦੇਖੋ
A ਮਲਟੀਪਲਾਈ B ਅਸੀਂ A ਸੈੱਟ ਨੂੰ B ਸੈੱਟ ਨਾਲ ਮਲਟੀਪਲਾਈ ਕਰਨੀ ਆ ਤਾਂ ਕੀ ਆਊਗਾ ਇਹਦੇ ਵਿੱਚ ਕੀ ਹੁੰਦਾ ਕਿ ਅਸੀਂ ਫਸਟ ਐਲੀਮੈਂਟ ਨੂੰ ਫਸਟ ਨਾਲ ਫਿਰ ਫਸਟ ਨੂੰ ਸੈਕਿੰਡ ਨਾਲ ਫਿਰ ਫਸਟ ਨੂੰ ਥਰਡ ਨਾਲ ਫਿਰ ਫਸਟ ਨੂੰ फोर्थ ਨਾਲ ਮੀਨਸ ਕਿਵੇਂ ਲਿਖਣਾ ਇਹਨੂੰ ਆਪਾਂ ਨੇ ਪਹਿਲਾ 1 ਤੇ 5 ਦਾ ਪੇਅਰ ਫਿਰ ਜਿਹੜੇ ਇਹ ਵਾਲੇ ਪੇਅਰ ਹੁੰਦੇ ਆ ਅਸੀਂ ਇਹਨਾਂ ਨੂੰ ਆਰਡਰ ਪੇਅਰ ਬੋਲਦੇ ਆ ਠੀਕ ਹੈ ਜੀ ਫਿਰ 1 ਨੂੰ 6 ਨਾਲ 1 ਨੂੰ 7 ਨਾਲ 1 ਨੂੰ 8 ਨਾਲ ਇਸ ਤੋਂ ਬਾਅਦ 2 ਤੇ 1 फिर हैगा 2 ते सॉरी 2 ਨਾਲ 5 ਆਉਣਾ ਸੀ 2 6 2 7 2 8 ਇਸ ਤੋਂ ਬਾਅਦ 3 ਨਾਲ 5 3 5 3 6 3 7 3 8 ਇਸ ਤੋਂ ਬਾਅਦ ਹੈਗਾ 4 1 4 5 4 6 4 7 4 8 ये सारे की हो गए सारे ऑर्डर पेयर हो गए ਜਿਹੜੇ ਇਹ ਵਾਲੇ ਨੇ ਕਿ ਸਾਰੇ ਦੇ ਐਲੀਮੈਂਟ ਆਪਣੇ a ਤੇ b ਦੀ ਮਲਟੀਪਲਾਈ ਕਰਕੇ ਆਏ ਨੇ ਇਹਨਾਂ ਨੂੰ ਅਸੀਂ ਕੀ ਕਹਾਂਗੇ ਆਰਡਰ ਪੇਅਰ ਠੀਕ ਹੈ ਜੀ ਇਹ ਸਾਡੇ ਹੁੰਦੇ ਨੇ ਆਰਡਰ ਪੇਅਰ ਇਸ ਤੋਂ ਬਾਅਦ ਹੈਗਾ ਰਿਲੇਸ਼ਨ ਫਰੋਮ ਸੈਟ a to b ਇਹਨੂੰ ਅਸੀਂ ਹੋਰ ਕਿਵੇਂ ਡਿਨੋਟ ਕਰ ਸਕਦੇ ਹਾਂ ਮੀਨਸ a ਦਾ ਰਿਲੇਸ਼ਨ b ਨਾਲ ਠੀਕ ਹੈ ਜੀ a रिलेशन b देखो ਹੁਣ ਕੀ ਹੈ ਆਪਣੇ ਕੋਲ ਇੱਕ ਸੈਟ ਆ r ਰਿਲੇਸ਼ਨ ਫੰਕਸ਼ਨ ਹੈ ਕੋਈ ਆਪਾਂ ਨੂੰ ਰਿਲੇਸ਼ਨ ਦਿੱਤਾ ਹੋਇਆ ਹੈ a ਤੇ b such that a and b are both ਕੀ ਨੇ ਇਵਨ ਨੰਬਰ ਨੇ therefore ਕੀ ਹੈ ਜੋ ਆਪਣੇ ਕੋਲੇ a belongs to a and b belongs to b ਮੀਨਸ ਜਿਹੜਾ a ਐਲੀਮੈਂਟ ਆ ਉਹ ਕਿਹਨੂੰ ਬਿਲੋਂਗ ਕਰਦਾ ਹੈ a ਸੈਟ ਨੂੰ ਹਾਂਜੀ ਅੱਗੇ ਹੈਗਾ ਸਾਡਾ ਸਿਮੈਟ੍ਰਿਕ ਰਿਲੇਸ਼ਨ ਦੀ ਕੀ ਕੰਡੀਸ਼ਨ ਹੁੰਦੀ ਆ ਵੀ ਐਲੀਮੈਂਟ a ਤੇ b ਬਿਲੋਂਗ ਕਰਨੇ ਚਾਹੀਦੇ ਆਪਣੇ ਰਿਲੇਸ਼ਨ ਨੂੰ ਤੇ b ਤੇ a ਮੀਨਸ ਉਲਟਾ ਪੁਲਟਾ ਸਿਮੈਟ੍ਰਿਕ ਨੂੰ ਅਸੀਂ ਕਹਿੰਦੇ ਆ ਉਲਟਾ ਪੁਲਟਾ ਮੀਨਸ ਜੇ ਸਾਡੇ ਕੋਲ ਇੱਥੇ 1 ਤੇ 2 ਆ ਉਹ ਬਿਲੋਂਗ ਕਰ ਰਿਹਾ r ਨੂੰ ਤੇ 2 ਤੇ 1 ਵੀ ਕੀ ਕਰਨਾ ਚਾਹੀਦਾ ਬਿਲੋਂਗਸ ਟੂ ਕਰਨਾ ਚਾਹੀਦਾ r ਨੂੰ ਆਪਾਂ ਇੱਥੇ ਇੱਕ ਰਿਲੇਸ਼ਨ ਬਣਾਉਣੇ ਆ ਰਿਲੇਸ਼ਨ ਦੇ ਥਰੂ ਇਹਨੂੰ ਸਮਝਦੇ ਆ ਦੇਖੋ ਰਿਲੇਸ਼ਨ ਪਹਿਲਾਂ ਅਸੀਂ ਲੈ ਲਿਆ 1 ਤੇ 2 ਫਿਰ ਲੈ ਲਿਆ 2 ਤੇ 1 ਫਿਰ ਅਸੀਂ ਲੈ ਲਿਆ 1 ਤੇ 3 ਇਹ ਰਿਲੇਸ਼ਨ ਬਣਾ ਲਿਆ ਤਾਂ ਦੇਖੋ ਅਸੀਂ ਚੈੱਕ ਕਰਦੇ ਆ ਵੀ ਇਹ ਵਾਲਾ ਰਿਲੇਸ਼ਨ ਹੈ ਜਿਹੜਾ ਸਿਮੈਟ੍ਰਿਕ ਰਿਲੇਸ਼ਨ ਹੈਗਾ ਜਾਂ ਨਹੀਂ ਹੈਗਾ देखो किਵੇਂ चेक करांगे हम कंडीशन के अकॉर्डिंग की होगा 1 ते 2 बिलोंग करूंगा r एंड 2 ते 1 भी की कर गया बिलोंग कर गया r 1 ते 3 ये तो बिलोंग कर रहा है r बट साडे की कोल की नहीं हैगा 3 ते 1 ठीक है नॉट बिलोंग्स टू r इट मींस जे एक भी ਤੁਹਾਡੇ ਕੋਲੇ ਜਿਹੜਾ ਆਰਡਰ ਪੇਅਰ ਬਿਲੋਂਗ ਨਾ ਕਰੇ ਰਿਲੇਸ਼ਨ ਨੂੰ ਤਾਂ ਕੀ ਹੁੰਦਾ not symmetric ठीक है जी हमने सिमेट्रिक बनूंगा कब देखो आप और रिलेशन ले लिए एक आर रिलेशन और ले लिए सपोज कर लिया चलो ठीक है 1 ते 2 2 ते 1 ठीक है 1 ते 3 3 ते 1 3 ते 3 ठीक है ਆ ਵਾਲਾ ਰਿਲੇਸ਼ਨ ਹੋ ਗਿਆ ਹੁਣ ਦੇਖੋ ਇਹ ਸਾਰੇ ਆਪਾਂ ਨੂੰ ਕੰਡੀਸ਼ਨ ਦੇ ਅਕੋਰਡਿੰਗ ਅਪਲਾਈ ਹੋ ਰਹੇ ਨੇ 1 ਤੇ 2 ਬਿਲੋਂਗ ਕਰ ਰਹੇ r ਨੂੰ ਐਂਡ 2 ਤੇ 1 ਬਿਲੋਂਗ ਕਰ ਰਹੇ r ਨੂੰ ਫਿਰ ਆਪਣਾ 1 ਤੇ 3 ਬਿਲੋਂਗ ਕਰ ਰਹੇ r ਨੂੰ ਤੇ 3 ਤੇ 1 ਵੀ ਬਿਲੋਂਗ ਕਰ ਰਹੇ r ਨੂੰ ਇਟ ਮੀਨਸ ਇਹ ਕੀ ਹੋ ਗਿਆ ਸਾਡਾ ਸਿਮੈਟ੍ਰਿਕ ਰਿਲੇਸ਼ਨ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਟ੍ਰਾਂਸਟਿਵ ਰਿਲੇਸ਼ਨ ਦੀ ਦੇਖਦੇ ਹਾਂ ਟ੍ਰਾਂਸਟਿਵ ਰਿਲੇਸ਼ਨ ਚ ਕੀ ਹੁੰਦਾ हाँ जी अगे साडे कोल हैगा ट्रांसटिव रिलेशन देखो ट्रांसटिव रिलेशन च की हुंदा इफ a b बिलोंग करना चाहिए रिलेशन ठीक है जी b ते c एलिमेंट जेडे हैगे बिलोंग करने चाहिए रिलेशन एंड a ते c ये वाले करने चाहिए है बिलोंग्स टू रिलेशन मींस a ते b ते c फिर a ते c ये वाले करने चाहिए देखो एक एग्जांपल लेने ਆਪਾਂ अपने को रिलेशन है जिवें ਆਪਾਂ ले लिए 1 ते 2 ठीक है जी फिर 2 ते 3 एंड 1 ते 1 ठीक है ये वाला रिलेशन ले लिया हुन इहदे अकॉर्डिंग देखो ए बी मींस 1 ते 2 दोनों बिलोंग कर गए r इस तो बाद 2 ते 3 मींस की हो गया साडा b c ए भी बिलोंग कर गया r बट हुन सानू चाहिदा सी a ते c मींस की चाहिदा सी 1 ਤੇ 3 1 ਤੇ 3 ਦੇ ਵਿੱਚ ਨਹੀਂ ਹੈਗਾ ਠੀਕ ਹੈ ਜੀ ਇਸ ਰਿਲੇਸ਼ਨ ਦੇ ਵਿੱਚ 1 ਤੇ 1 मींस ਆਪਾਂ ਨੂੰ ਕੀ ਚਾਹੀਦਾ ਸੀ 1 ਐਂਡ 3 ਤਾਂ ਕੀ ਲਿਖਾਂਗੇ
बट की आऊगा 1 एंड 3 इज नॉट बिलोंग्स टू आर, तो असं की कहांगे ये नॉट की हो गया साडा ट्रांसटिव। हुण ट्रांसटिव इहनूं बनाउण लई सानूं किहड़ा एलीमेंट चाहीदा सी, किहड़ा ऑर्डर पेयर चाहीदा सीगा, देखो जे असीं लिखीए 1 ते 2, 2 ते 3, 1 ते 3। अब 1 बार लो ना लो ਇਹਦਾ ਕੋਈ ਫੈਕਟ ਨਹੀਂ, ਆਪਾਂ ਸਿਰਫ ਜਸਟ ਕੀ ਦੇਖਣਾ ਹੁੰਦਾ ਇਹਦੇ ਚ ਆਰਡਰ ਪੇਅਰ ਦੇਖਣਾ ਹੁੰਦਾ ਸੀ। ਜਿਹੜਾ ਆਪਣਾ ਫਰਸਟ ਸੀਗਾ ਰਿਫਲੈਕਸਿਵ ਰਿਲੇਸ਼ਨ ਵਿੱਚ ਆਪਾਂ ਸਾਰੇ ਚੈੱਕ ਕਰਨੇ ਸੀ ਨਾ 1 2 3 4 1 1 ਦਾ ਪੇਅਰ 2 2 ਦਾ 3 3 ਦਾ 4 4 ਦਾ, ਬਟ ਇਹ ਚ ਨਹੀਂ ਸੀ ਆਪਾਂ ਕੀ ਕਰਨਾ ਚੈੱਕ ਕਰਨੇ ਚ ਸਿਰਫ ਆਰਡਰ ਪੇਅਰ ਚੈੱਕ ਕਰਨੇ ਨੇ। ਠੀਕ ਹੈ ਜੀ, ਹੁਣ ਸਾਰੇ ਐਲੀਮੈਂਟ ਆ ਗਏ। ਹੁਣ ਦੇਖੋ 1 ਤੇ 2 ਵੀ ਬਿਲੋਂਗ ਕਰ ਗਿਆ, ਇਟ ਮੀਨਸ A ਤੇ B ਬਿਲੋਂਗ ਕਰ ਗਿਆ R ਨੂੰ, ਫਿਰ B ਤੇ C ਮੀਨਸ 2 ਤੇ 3 ਬਿਲੋਂਗ ਕਰ ਗਿਆ R ਨੂੰ, ਫਿਰ ਉਸ ਤੋਂ ਬਾਅਦ ਆਪਾਂ ਨੂੰ ਕੀ ਚਾਹੀਦਾ ਸੀਗਾ A ਤੇ C, A ਕੀ ਹੋਗੀ ਸਾਡੀ 1, C ਕੀ ਹੋਗੀ 3, ਉਹ ਵੀ ਇਹਦੇ ਚ ਪਿਆ 1 ਤੇ 3 ਬਿਲੋਂਗਸ ਟੂ ਕਰ ਗਿਆ R ਨੂੰ, ਤਾਂ ਕੀ ਹੋ ਗਿਆ ਇਹ ਟ੍ਰਾਂਸਟਿਵ। ਠੀਕ ਹੈ ਜੀ, ਇਸ ਤਰ੍ਹਾਂ ਆਪਣੇ ਇਹ ਤਿੰਨੋਂ ਰਿਲੇਸ਼ਨਸ ਨੇ। ਇਹਦੇ ਨਾਲ ਰਿਲੇਟਡ ਹੁਣ ਆਪਾਂ ਐਕਸਰਸਾਈਜ਼ ਦੇ ਕੁਐਸਚਨ ਸੋਲਵ ਕਰਦੇ ਹਾਂ। ਫਸਟ ਕੁਐਸਚਨ, ਠੀਕ ਹੈ ਜੀ, ਦੇਖਦੇ ਹਾਂ ਫਸਟ ਕੁਐਸਚਨ ਆਪਣਾ। ਅੱਗੇ ਦੇਖੋ ਇਹ ਸਾਡੇ ਕੋਲ ਐਕਸਰਸਾਈਜ਼ 1.1 ਦਾ ਫਸਟ ਕੁਐਸਚਨ ਹੈ। ਫਸਟ ਕੁਐਸਚਨ ਦਾ ਫਸਟ ਪਾਰਟ ਹੈ, ਦੇਖੋ ਕੀ ਲਿਖਿਆ ਹੈ ਆਪਾਂ ਨੂੰ। Determine whether each of the following relation are reflexive, symmetric and transitive। ਆਪਾਂ ਨੂੰ ਜਿਹੜੇ ਰਿਲੇਸ਼ਨ ਦੱਸੇ ਦਿੱਤੇ ਹੋਏ ਨੇ ਗਿਵਨ ਨੇ ਉਹ ਦੱਸਣੇ ਨੇ ਇਸਨੇ ਵੀ ਉਹ ਰਿਫਲੈਕਸਿਵ ਨੇ, ਸਿਮੈਟ੍ਰਿਕ ਨੇ ਜਾਂ ਟ੍ਰਾਂਸਟਿਵ ਨੇ। ਠੀਕ ਹੈ ਜੀ, ਹੁਣ ਦੇਖੋ ਆਪਾਂ ਨੂੰ ਫਸਟ ਕੁਐਸਚਨ ਕੀ ਦਿੱਤਾ, ਜਿਹੜਾ ਫਸਟ ਪਾਰਟ ਹੈ ਫਸਟ ਕੁਐਸਚਨ ਦਾ, ਰਿਲੇਸ਼ਨ ਆਰ ਇਨ ਦੀ ਸੈਟ A, ਆਰ ਦਾ A ਨਾਲ ਸੈਟ A ਨਾਲ ਰਿਲੇਸ਼ਨ ਕੀ ਹੈ, ਉਹਦੇ ਵਿੱਚ ਕਿੰਨੇ ਐਲੀਮੈਂਟ ਨੇ 1 ਤੋਂ ਲੈ ਕੇ 14 ਤੱਕ। डिफाइंड एज ਅਸੀਂ ਨੇ ਕੀ ਡਿਫਾਈਨ ਕਰਨਾ, ਜਿਹੜਾ ਸਾਡਾ r ਰਿਲੇਸ਼ਨ ਹੈ ਉਹ ਕੀ ਬਣ ਰਿਹਾ 3x y 0। ਵੀ ਸਾਨੂੰ ਕੀ ਗਿਵਨ ਦਿੱਤਾ 3x y 0। ਅਸੀਂ ਇਹਨੂੰ ਕੀ ਲਿਖ ਸਕਦੇ ਹਾਂ, ਜੇ ਆਪਾਂ ਆਪਣੇ y ਨੂੰ ਦੂਸਰੀ ਸਾਈਡ ਲੈ ਗਏ 3x π, ਨੈਗੇਟਿਵ ਉਧਰ ਜਾ ਕੇ ਪੋਜ਼ਿਟਿਵ ਹੋ ਜੂ। ਹੁਣ ਸਾਡੇ ਐਲੀਮੈਂਟ ਕੀ ਨੇ 1 ਤੋਂ ਲੈ ਕੇ 14 ਤੱਕ ਨੇ, 14 ਤੋਂ ਗ੍ਰੇਟਰ ਕੁਝ ਨਹੀਂ ਹੋਣਾ ਚਾਹੀਦਾ ਸਾਡਾ। ਠੀਕ ਹੈ ਜੀ, ਹੁਣ ਜੇ ਅਸੀਂ ਸਾਡਾ ਰਿਲੇਸ਼ਨ ਕੀ ਬਣੂਗਾ, ਇੱਥੇ x ਦੀ ਵੈਲਿਊ 1 ਲੈਣੀ, फर्स्ट x की वैल्यू 1 ਲਈ ਤਾਂ y ਦੀ ਵੈਲਿਊ ਕੀ ਆਊਗੀ 3। ਠੀਕ ਹੈ ਜੀ, ਫਿਰ ਅਸੀਂ x ਦੀ ਵੈਲਿਊ ਆਪਣੇ ਰਿਲੇਸ਼ਨ A ਸੈਟ A ਦੇ ਵਿੱਚੋਂ ਲਈ 2, ਤਾਂ ਸਾਡੀ ਜਿਹੜੀ ਹੈਗੀ ਹੈ y ਦੀ ਵੈਲਿਊ 3 ਨੂੰ 2 ਨਾਲ ਮਲਟੀਪਲਾਈ ਕਰਾਂਗੇ 6 ਆ ਗਈ। ਫਿਰ ਉਸ ਤੋਂ ਬਾਅਦ ਅਸੀਂ ਨੇ x ਦੀ ਵੈਲਿਊ ਲਈ 3 ਨੂੰ 3 ਨਾਲ ਮਲਟੀਪਲਾਈ ਕਰਾਂਗੇ ਤਾਂ y ਦੀ ਵੈਲਿਊ ਕੀ ਆ ਗਈ ਸਾਡੀ 9। ਸੇਮ ਜਦੋਂ ਅਸੀਂ x ਦੀ ਵੈਲਿਊ 4 ਲਈ तो साडी y ਦੀ ਵੈਲਿਊ ਕੀ ਆ ਗਈ 12। ਠੀਕ ਹੈ ਜੀ, ਹੁਣ ਦੇਖੋ ਜੇ ਅਸੀਂ ਇੱਥੇ x ਦੀ ਵੈਲਿਊ 5 ਲੈ ਲਈਏ ਤਾਂ ਜਿਹੜੀ y ਦੀ ਵੈਲਿਊ ਆਊਗੀ ਉਹ 15 ਆ ਜਾਊਗੀ। ਇਟ ਮੀਨਸ ਕੀ ਹੋ ਜੂ 14 ਨਾਲ ਗ੍ਰੇਟਰ ਹੋ ਜੂ, ਤਾਂ ਅਸੀਂ ਉਹ ਲੈ ਨਹੀਂ ਸਕਦੇ, ਸਿਰਫ ਸਾਨੂੰ ਕਿੱਥੇ ਤੱਕ ਦਿੱਤੇ ਹੋਏ ਆ ਐਲੀਮੈਂਟ ਜਿਹੜੇ ਹੈਗੇ ਉਹ 14 ਤੱਕ ਦਿੱਤੇ ਹੋਏ। ਹੁਣ ਅਸੀਂ ਆਪਣੇ ਰਿਲੇਸ਼ਨ ਚੈੱਕ ਕਰਨੇ ਆ। ਸਭ ਤੋਂ ਪਹਿਲਾਂ ਅਸੀਂ ਚੈੱਕ ਕਰਾਂਗੇ ਰਿਫਲੈਕਸਿਵ ਰਿਲੇਸ਼ਨ। ਹੁਣ ਰਿਫਲੈਕਸਿਵ ਚ ਕੀ ਕੰਡੀਸ਼ਨ ਹੁੰਦੀ ਆ, ਇਫ ਕੀ ਦਿੱਤਾ ਸੀ ਆਪਾਂ ਨੂੰ A belongs to R। ਠੀਕ ਹੈ ਜੀ, ਹੁਣ ਦੇਖੋ ਇਹਦੇ ਚ ਆਪਣੇ ਕੋਲੇ 1 ਐਲੀਮੈਂਟ not belongs to R। ਠੀਕ ਹੈ ਜੀ, 2 ਐਲੀਮੈਂਟ ਇਹ ਵੀ not belongs to R। कोई भी बिलोंग नहीं कर रहा, अप टू कितने तक चेक करने अपने 14 तक। 14 नॉट बिलोंग्स टू R। इट मींस ये की हो गया साडा नॉट रिफ्लेक्सिव। ठीक है जी, इस तो बाद ਅਸੀਂ चेक करांगे साडा सिमेट्रिक। सेकंड सिमेट्रिक रिलेशन फाइंड आउट करना आपने। सिमेट्रिक दी की कंडीशन होंदी है इफ अपन की किया सी AB belongs to R and BA belongs to R। ਹੁਣ ਆਪਾਂ ਰਿਲੇਸ਼ਨ ਦੇ ਵਿੱਚ ਦੇਖੀਏ ਜੇ ਆਪਣੇ ਜਿਹੜੇ 1 3 ਬਿਲੋਂਗ ਕਰ ਰਹੇ R ਨੂੰ, ਬਟ 3 1 ਕਿਤੇ ਨਹੀਂ ਨਾ ਹੈਗਾ, ਮੀਨਸ ਕੀ ਲਿਖਾਂਗੇ ਅਸੀਂ 1 3 belongs to R but 3 1 is not belongs to R, ਤਾਂ ਕੀ ਆ ਜਾਊਗਾ ਇਹ not। ये भी नॉट हो गया, अपना सिमेट्रिक रिलेशन नहीं है। इस बार ਅਸੀਂ चेक करते हैं सारा थर्ड रिलेशन किया ट्रांसटिव ਦੀ ਕੀ ਕੰਡੀਸ਼ਨ ਸੀ, ਇਫ ਕੀ ਕਿਹਾ ਹੋਇਆ ਸੀ ਆਪਾਂ ਨੂੰ A B ਬਿਲੋਂਗ ਕਰੂਗਾ R ਨੂੰ,
B C बिलोंग करूगा R ਨੂੰ एंड A ਤੇ C बिलोंग करूगा R। ਹੁਣ ਦੇਖੋ ਐਵੇਂ ਦਾ ਕੋਈ ਐਲੀਮੈਂਟ ਨਹੀਂ। ਹੁਣ ਆਪਾਂ ਚੈੱਕ ਕਰਾਂਗੇ ਇਹਦੇ ਵਿੱਚ ਜਿਹੜੀ ਸਾਡਾ ਰਿਲੇਸ਼ਨ ਬਣਿਆ ਹੋਇਆ ਦੇਖੋ ਲਈਏ 1 ਤੇ 3 1 ਤੇ 3 ਬਿਲੋਂਗ ਕਰ ਰਹੇ R ਨੂੰ 3 ਤੇ 9 क्योंकि A ਤੇ B B ਤੇ C ਹੁੰਦਾ ना तो ਆਪਾਂ 3 ਤੇ 9 ਲੈ ਲਿਆ 3 ਤੇ 9 ਇਹ ਵੀ ਬਿਲੋਂਗ ਕਰ ਗਿਆ बट ਹੁਣ ਸਾਨੂੰ ਚਾਹੀਦਾ A ਤੇ C A ਤੇ C ਕਿਤੇ ਨਹੀਂ ਹੈਗਾ ਮੀਨਸ 1 ਤੇ 9 ਚਾਹੀਦਾ ਨਾ ਹੁਣ ਸਾਨੂੰ 1 ਤੇ 9 ਨਹੀਂ ਹੈਗਾ ਤਾਂ ਅਸੀਂ ਕੀ ਲਿਖਾਂਗੇ बट 1 ਤੇ 9 is not belongs to R ਤਾਂ ਕੀ ਹੋ ਗਿਆ ਇਹ not transitive तो साडा सॉल्यूशन की हो गया B this relation is are not reflexive not transitive or not symmetric ठीक है जी। इस वजह से अपना नेक्स्ट क्वेश्चन देखते हैं। हाँ जी स्टूडेंट अगे ਆਪਾਂ ਗੱਲ ਕਰਦੇ ਹਾਂ फर्स्ट ਤੇ थर्ड क्वेश्चन ਦੀ। देखो थर्ड क्वेश्चन ਦੇ ਵਿੱਚ ਕੀ ਕਿਹਾ ਆਪਾਂ ਨੂੰ रिलेशन R in the set A set A ਕੀ ਦਿੱਤਾ ਹੋਇਆ ਆਪਾਂ ਨੂੰ ਐਲੀਮੈਂਟ ਦਿੱਤੇ ਹੋਇਆ set A ਦੇ ਵਿੱਚ 1 ਤੋਂ ਲੈ ਕੇ 6 ਤੱਕ as R की x y such that y is divisible by x ਜਿਹੜਾ y ਉਹ ਕਿਹਨੂੰ divisible ਕਰਦਾ ਡਿਵਾਈਡ ਕਰਦਾ ਹੈ x ਨੂੰ। ਦੇਖੋ ਹੁਣ ਸਾਨੂੰ ਪਤਾ ਹੈ ਵੀ ਜਿਹੜਾ ਰਿਫਲੈਕਸਿਵ ਰਿਲੇਸ਼ਨ ਹੁੰਦਾ ਉਹ ਚ ਕੀ ਹੁੰਦਾਗਾ ਸੇਮ ਆਰਡਰ ਪੇਅਰ ਮੀਨਸ ਸਾਡੇ ਜਿਹੜਾ ਆਰਡਰ ਹੋਊਗਾ ਉਹਦੇ ਪੇਅਰ ਐਲੀਮੈਂਟ ਹੋਣਗੇ ਜਿਹੜੇ ਉਹ ਕੀ ਹੋਣਗੇ ਸੇਮ ਹੋਣਗੇ ਤੇ ਕਿਹਨੂੰ ਬਿਲੋਂਗ ਕਰਨਗੇ ਸਾਡੇ ਰਿਲੇਸ਼ਨ। ਸਪੋਜ਼ ਕਰ ਲਓ ਜਿਵੇਂ ਹੁਣ ਆਪਾਂ ਕਹਿ ਦਈਏ 2 ਤੇ 2 ਇਹ ਕੀ ਕਰੂਗਾ ਬਿਲੋਂਗ ਆਰ ਰਿਲੇਸ਼ਨ ਠੀਕ ਹੈ ਜੀ। मींस की हो रहा है थे 2 डिवाइड 2 नाल हो रहा है इसी तरह जैसे 3, 3 belongs to R लिए 3 डिवाइड 3 नाल होगा 4 डिवाइड 4 नाल होगा 5 डिवाइड 5 नाल होगा 6 डिवाइड 6 नाल होगा मींस सारे जिन्ने ईच आर्डर पेयर होंगे सारे किनु बिलोंग करनगे R रिलेशन नु। ਤਾਂ ਅਸੀਂ ਕਹਿ ਸਕਦੇ ਹਾਂ ਨਾ we know that every number x ਦਾ ਕੋਈ ਹੋਗਾ is divisible by itself means ਉਹ ਆਪਣੇ ਸੇਮ ਨੰਬਰ ਨਾਲ ਕਿਨੂੰ ਡਿਵਾਈਡ ਹੋਗਾ ਤਾਂ ਸਾਡਾ ਰਿਲੇਸ਼ਨ ਕੀ ਹੋ ਗਿਆ ਜਿਹੜਾ ਇਹ ਰਿਫਲੈਕਸਿਵ ਹੋ ਗਿਆ ਠੀਕ ਹੈ ਜੀ। ਹੁਣ ਆਪਾਂ ਇੱਥੇ ਸਾਰੇ ਐਲੀਮੈਂਟ ਹੀ ਪਾ ਸਕਦੇ ਨਾ 1 belongs 1 belongs to R 2 belongs to R ਠੀਕ ਹੈ ਜੀ ਸਾਰੇ ਸਾਡੇ ਰਿਲੇਸ਼ਨ ਦਾ ਪਾਰਟ ਹੋ ਗਏ ਠੀਕ ਹੈ ਬਿਲੋਂਗ ਕਰਨਗੇ ਇਟ ਮੀਨਸ ਕੀ ਹੋ ਗਿਆ ਇਹ ਰਿਫਲੈਕਸਿਵ ਰਿਲੇਸ਼ਨ। ਇਸ ਤੋਂ ਬਾਅਦ ਹਕਿਆ ਸਿਮੈਟ੍ਰਿਕ ਦੀ ਕੀ ਕੰਡੀਸ਼ਨ ਹੁੰਦੀ ਹੈ if x y belongs to R ਤੇ y x belongs to R means सेम नंबर ਤੇ ਉਹਨਾਂ ਦਾ ਉਲਟਾ ਦੋਨੋਂ ਕਿਹਨੂੰ ਬਿਲੋਂਗ ਕਰਨੇ ਚਾਹੀਦੇ ਹੁੰਦੇ ਆ ਰਿਲੇਸ਼ਨ ਨੂੰ ਠੀਕ ਹੈ ਜੀ। ਹੁਣ ਜੇ ਅਸੀਂ ਲਈਏ 2, 6 belongs to R ਹੁਣ ਸਾਨੂੰ ਪਤਾ ਹੈ ਕਿ 6 is divisible by 2 6 ਤਾਂ 2 ਨਾਲ ਡਿਵਾਈਡ ਹੁੰਦਾ ਹੈ ਦੇਖੋ ਕਿਵੇਂ 6 divided 2 ਕੈਨਸਲ ਕਰਾਂਗੇ 3 ਆ ਗਿਆ ਡਿਵਾਈਡ ਹੋ ਗਿਆ ਠੀਕ ਹੈ ਜੀ। ਬਟ ਜੇ ਅਸੀਂ ਇਹਦਾ ਉਲਟਾ 6 ਨੂੰ 2 ਨਾਲ ਡਿਵਾਈਡ ਕਰੀਏ ਤਾਂ ਉਹ ਕੀ ਹੋਗਾ 2 is not divisible by 6 ਇਹ not ਹੋਗਾ ਮੀਨਸ ਕਿਵੇਂ ਜੇ ਅਸੀਂ ਲਿਖੇ 2/6 ਨਹੀਂ ਨਾ ਡਿਵਾਈਡ ਹੋ ਰਹੇ इट मीन ਜਿਹੜਾ ਸਾਡਾ ਰਿਲੇਸ਼ਨ ਹੋ ਗਿਆ ਉਹ ਸਿਮੈਟ੍ਰਿਕ ਨਹੀਂ ਹੈਗਾ ਠੀਕ ਹੈ ਜੀ। ਇਸ ਤੋਂ ਬਾਅਦ ਅਸੀਂ ਕੀ ਚੈੱਕ ਕਰਾਂਗੇ ਟ੍ਰਾਂਸਟਿਵ ਰਿਲੇਸ਼ਨ ਦੇ ਵਿੱਚ ਕੀ ਹੁੰਦਾ x y belongs to R y z belongs to R ਤੇ ਉਸ ਤੋਂ ਬਾਅਦ ਇਹਦਾ ਫਸਟ ਐਲੀਮੈਂਟ ਇਹਦਾ ਲਾਸਟ ਮੀਨਸ x ਤੇ z belongs to ਕੀ ਕਰਦੇ ਹੁੰਦੇ ਨੇ R ਨੂੰ। ਦੇਖੋ ਹੁਣ ਆਪਾਂ ਇਸ ਰਿਲੇਸ਼ਨ ਦੇ ਵਿੱਚੋਂ ਲੈਣੇ ਆ ਜੇ ਅਸੀਂ ਲਈਏ 1 belongs 1, 2 belongs to R ਦੇਖੋ ਜਿਹੜਾ 1 ਹੈ 2 ਨਾਲ ਡਿਵਾਈਡ ਹੋ ਰਿਹਾ ਫਿਰ 2 4 ਨਾਲ ਡਿਵਾਈਡ ਹੋ ਰਿਹਾ 1 ਤੇ 2 means x y ਫਿਰ y z ਠੀਕ ਹੈ ਜੀ 2 4 ਨਾਲ ਡਿਵਾਈਡ ਹੋ ਰਿਹਾ। ਇਸ ਤੋਂ ਬਾਅਦ ਜੇ ਅਸੀਂ 1 ਤੇ 4 ਲਈਏ ਇਹ ਵੀ ਆਪਸ ਵਿੱਚ ਡਿਵਾਈਡ ਹੋਣਗੇ ਇਟ ਮੀਨਸ ਸਾਡਾ ਰਿਲੇਸ਼ਨ ਕੀ ਹੋ ਗਿਆ ਇਹ ਟ੍ਰਾਂਸਟਿਵ ਤਾਂ ਅਸੀਂ ਕਹਿ ਸਕਦੇ ਹਾਂ ਹੈਂਸ ਜਿਹੜਾ ਸਾਡਾ ਰਿਜ਼ਲਟ ਆ ਗਿਆ ਉਹ ਕੀ ਹੋ ਗਿਆ ਸਿਮੈਟ੍ਰਿਕ not symmetric but ਕੀ ਹੈਗਾ ਉਹ ਰਿਫਲੈਕਸਿਵ ਤੇ ਟ੍ਰਾਂਸਟਿਵ ਹੈਗਾ ਠੀਕ ਹੈ ਜੀ। ਇਸ ਤੋਂ ਬਾਅਦ ਦੇ ਜਿਹੜੇ ਪਾਰਟ ਰਹਿ ਗਏ ਤੁਸੀਂ ਖੁਦ ਟਰਾਈ ਕਰਿਓ ਬਾਕੀ ਸਾਨੂੰ ਆਪਾਂ ਨੈਕਸਟ ਵੀਡੀਓ 'ਚ ਸੋਲਵ ਕਰਦੇ ਹਾਂ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਬਾਏ।